ਸਤਿ ਸ਼੍ਰੀ ਅਕਾਲ ਜੀ। ਖਬਰ ਖਾਸ ਲੈ ਕੇ ਹਾਜ਼ਰ ਹਾਂ ਮੈਂ ਹਾਂ ਤੁਹਾਡੇ ਨਾਲ ਨਰਿੰਦਰਪਾਲ ਸਿੰਘ। ਇਸ ਸਮੇਂ ਪੂਰੀ ਦੁਨੀਆ ਵਿੱਚ ਸਿਰਫ ਇੱਕ ਹੀ ਮੁੱਦਾ ਸੁਰਖੀਆਂ ਵਿੱਚ ਹੈ, ਉਹ ਹੈ ਕੋਰੋਨਾ ਵਾਇਰਸ। ਮੀਡੀਆ ਹੋਵੇ ਜਾਂ ਸੋਸ਼ਲ ਮੀਡੀਆ, ਕੋਰੋਨਾ ਵਾਇਰਸ ਨਾਲ ਜੁੜੀ ਹਰ ਖਬਰ ਲੋਕਾਂ ਤੱਕ ਪਹੁੰਚ ਰਹੀ ਹੈ ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਆਮ ਲੋਕਾਂ ਵਿੱਚ ਵੀ ਇਸ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ। ਪਰ ਅਸੀਂ ਤੁਹਾਨੂੰ ਚਿੰਤਿਤ ਨਹੀਂ ਸਗੋਂ ਜਾਗਰੂਕ ਕਰਨ ਆਏ ਹਾਂ ਅਤੇ ਨਾਲ ਹੀ ਇਹ ਦੱਸਣ ਆਏ ਹਾਂ ਕਿ ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਕਿੰਨਾ ਤਿਆਰ ਹੈ। ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾ ਦੇ ਖਤਰੇ ਨੇ ਕਿੱਥੇ ਕਿੱਥੇ ਪਾਇਆ ਹੈ ਅਸਰ। ਤਾਂ ਆਓ ਸ਼ੁਰੂਆਤ ਕਰਦੇ ਹਾਂ ਸਾਡੇ ਇਸ ਖਾਸ ਪ੍ਰੋਗਰਾਮ ਦੀ। ਕੋਰੋਨਾ ਦੇ ਕਹਿਰ ਨੇ ਭਾਰਤ ਦੇ ਕਈ ਸੂਬਿਆਂ ਵਿੱਚ ਆਪਣੀ ਪਹੁੰਚ ਕਰ ਲਈ ਹੈ। ਹਾਲਾਂਕਿ ਪੰਜਾਬ ਵਿੱਚ ਅਜੇ ਤੱਕ ਇਸ ਦਾ ਕੋਈ ਵੀ ਪੋਜ਼ਿਟਿਵ ਮਾਮਲਾ ਸਾਹਮਣੇ ਨਹੀਂ ਆਇਆ, ਪਰ ਪੰਜਾਬ ਵਿੱਚ ਵਿਦੇਸ਼ਾਂ ਤੋਂ ਹੁੰਦੀ ਲੋਕਾਂ ਦੀ ਆਮਦ ਹਰ ਸਮੇਂ ਖਤਰੇ ਦੀ ਤਲਵਾਰ ਵਾਂਗ ਲਟਕ ਰਹੀ ਹੈ। ਇਸ ਤੋਂ ਇਲਾਵਾ ਹੋਲੇ ਮਹੱਲੇ ਦੇ ਤਿਉਹਾਰ ਤੇ ਵੀ ਕੋਰੋਨਾ ਦਾ ਖਤਰਾ ਮੰਡਰਾ ਰਿਹਾ ਹੈ। ਅਜੇ ਵਿੱਚ ਕਿਵੇਂ ਇਸ ਖਤਰੇ ਨੂੰ ਟਾਲੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਵੇਖੋ ਇਸ ਰਿਪੋਰਟ ਵਿੱਚ। कोरोना दा कहर जारी, खौफ च दुनिया सारी, होली दे रंग भी होए फिक्के, पंजाब दी की है तैयारी। कोविड-19 जां कहिए कि कोरोना वायरस दी दहशत ने पूरी दुनिया दे 80 मुल्कां नूं अपनी जद विच लिया होया है ते भारत च भी ये बीमारी अपनियां जड़ां फैला रही है। भारत सरकार दे आंकड़ियां मुताबक देश के ਵੱਖ-ਵੱਖ सूबियां च 31 मरीजां च कोरोना वायरस की तस्दीक हो चुकी है ते गिणती होर भी वध सकती है। अजिहे च केंद्र सरकार इस दे लई हर जरूरी कदम चुकण दे दावे कर रही है, जिस दे मद्देनज़र केंद्रीय सेहत मंत्री डॉक्टर हर्षवर्धन ने दिल्ली एयरपोर्ट ते भी यात्रियों की चैकिंग के इंतजामां दा जायजा लिया। जिनको कोरोना वायरस का इन्फेक्शन हुआ है उनको भी बहुत बारीकी से उनको ध्यान दिया जा रहा है, उनकी केयर के बारे में। और भगवान की कृपा से सभी लोग अभी स्टेबल हैं, ठीक जगह पर उनको पहुंचाया गया है, उनकी पूरी देखभाल की जा रही है और हमें पूरा विश्वास है कि बहुत जल्दी वो सब लोग ठीक हो जाएंगे। जिन लोगों को हम बाहर से लेकर आए, वुहान से, चाइना से, पहला लॉट तो हमारा सब ठीक होकर वापस चला गया। डिटेल्ड गाइडलाइंस बनाई गई हैं, सब स्टेट्स को ट्रांसफ़र की गई हैं। अभी आपने देखा कि वीडियो कॉन्फ्रेंसिंग हमने किया और 2.5 घंटे तक हमने सारे देश के स्वास्थ्य मंत्री और स्वास्थ्य के अधिकारियों से बातचीत किया है। सब लोग कितने ज़्यादा जिसे कहते हैं उत्सुकता से और कमिटमेंट के साथ काम कर रहे हैं। और हमारा जो मंत्रालय है वो 24 घंटे सभी से टच में है कि कोई जानकारी रात को 12 बजे भी आती है तो सारे रात उसके ऊपर एक्शन होता है। इस प्रकार के कमिटमेंट के साथ लोग काम कर रहे हैं। हालांकि पंजाब च अजे तक कोरोना वायरस का कोई भी मामला सामने नहीं आया, पर शक्की मरीजों की तादाद वध रही है। इस वायरस तो बचण लई हर किसी नूं भीड़ भड़के वालियां थावां ते ना जाण दी सलाह दी जा रही है ते अजिही ही सलाह पंजाब के सेहत मंत्री बलबीर सिद्धू भी लोकां नूं दे रहे ने। ਦੇ ਵਿੱਚ ਇਹ ਸਾਰਾ ਟਰੈਵਲਿੰਗ ਰਾਹੀਂ ਹੋ ਰਿਹਾ ਹੈ। ਜੇ ਹਿੰਦੁਸਤਾਨ ਦੇ ਵਿੱਚ ਅੱਜ ਆਇਆ, ਜਿਵੇਂ ਇਟਲੀ ਤੋਂ ਕੁਝ ਲੋਕ ਆਏ ਨੇ, ਆਪਣੇ ਪੰਜਾਬ ਦੇ ਵੀ ਆਏ ਨੇ ਜਾਂ ਹੋਰ ਉਹਦੇ ਸੂਬਿਆਂ ਦੇ ਵੀ ਆਏ ਨੇ। ਉਹ ਜਿਹੜੇ ਮੁਲਕਾਂ ਦੇ ਵਿੱਚ ਥਾਈਲੈਂਡ ਜਾਂ ਆਪਣਾ ਤੁਹਾਡਾ ਸਿੰਗਾਪੁਰ ਜਾਂ ਇਹ ਜਿਹੜੇ ਜਿੰਨੇ ਵੀ ਨੇ, ਇਹਨਾਂ ਇਰਾਨ 'ਚ ਵੀ ਇਹਦੇ ਉਹ ਪਾਏ ਗਏ ਨੇ, ਅਫਗਾਨਿਸਤਾਨ 'ਚ ਵੀ, ਪਲੱਸ ਪਾਕਿਸਤਾਨ ਦੇ ਵਿੱਚ ਵੀ ਉਹ ਟਰੈਵਲਿੰਗ ਕਰਕੇ ਹੋ ਰਿਹਾ। ਹਲੇ ਬਾਕੀ ਆਪਣੇ ਬਚਾਓ ਹੈਗਾ, ਪਰ ਲੇਕਿਨ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਪਾਪੂਲੇਸ਼ਨ ਬਹੁਤ ਲੰਬੀ ਚੌੜੀ ਹੈ ਔਰ ਬਹੁਤ ਸਾਰੇ ਲੋਕ ਟਰੈਵਲ ਆਉਂਦੇ ਨੇ। ਔਰ ਜਿੰਨੇ ਵੀ ਕੰਟਰੀ ਹੈਗੇ ਨੇ ਵਰਲਡ ਦੇ, ਮੈਕਸਿਮਮ ਕੰਟਰੀ ਹਿੰਦੁਸਤਾਨ ਜਾਂ ਪੰਜਾਬ ਦੇ ਲੋਕ ਵਾਸਤੇ ਨੇ। ਅਸੀਂ ਹਦਾਇਤਾਂ ਦੇਖੋ, ਅੱਜ ਸਾਡੇ CM ਸਾਹਿਬ ਵੱਲੋਂ ਵੀ ਬਕਾਇਦਾ ਪ੍ਰੈਸ ਨੋਟ ਜਾਰੀ ਹੋ ਰਿਹਾ, ਅਪੀਲ ਵੀ ਜਾਰੀ ਹੋ ਰਹੀ ਹੈ, ਐਡ ਵੀ ਆ ਰਹੀ ਹੈ। ਔਰ ਜਿੰਨੇ ਵੀ ਰਿਲੀਜੀਅਸ ਆਪਣੇ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਵੀ ਬਕਾਇਦਾ ਸਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਉਹਨਾਂ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਤੁਸੀਂ ਆਪਣਾ ਥੋੜ੍ਹਾ ਬਚਾਅ ਕਰੋ ਔਰ ਜਿੱਥੇ ਪਬਲਿਕ ਜ਼ਿਆਦਾ ਇਕੱਠੀ ਗੈਦਰਿੰਗ ਹੁੰਦੀ ਹੈ ਉਹਨੂੰ ਰੋਕਣ ਦੇ ਵਾਸਤੇ ਵੀ ਉਹਨਾਂ ਨੂੰ ਵੀ ਇਹ ਸੁਝਾਅ ਦਿੱਤਾ ਗਿਆ ਕਿ ਘੱਟ ਤੋਂ ਘੱਟ ਬੰਦੇ ਇਕੱਠੇ ਹੋਣ ਤਾਂ ਕਿ ਇਸ ਗੱਲ ਦਾ ਨੁਕਸਾਨ ਨਾ ਹੋਵੇ। कोरोना वायरस एक पासे खौफ की वजह बनया होया ਤਾਂ ਦੂਜੇ ਪਾਸੇ ਇਸ ਦਾ ਅਸਰ ਆਉਣ ਵਾਲੇ ਹੋਲੀ ਦੇ ਤਿਉਹਾਰ ਤੇ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਲੁਧਿਆਣਾ 'ਚ ਹੋਲੀ ਦਾ ਸਮਾਨ ਵੇਚਣ ਵਾਲੇ ਵਪਾਰੀ ਨਿਰਾਸ਼ ਨੇ। ਵਜ੍ਹਾ ਹੈ ਪਿਚਕਾਰੀਆਂ ਤੇ ਰੰਗ, ਜਿਨ੍ਹਾਂ ਨੂੰ ਖਰੀਦਣ ਤੋਂ ਲੋਕ ਗੁਰੇਜ਼ ਕਰ ਰਹੇ ਨੇ। ਲੋਕਾਂ ਦਾ ਡਰ ਹੈ ਕਿ ਇਹ ਸਮਾਨ ਚੀਨ ਤੋਂ ਆਇਆ ਹੈ
ਇਸ ਲਈ ਇਸ ਦੇ ਜ਼ਰੀਏ ਕਰੋਨਾ ਵਾਇਰਸ ਫੈਲ ਸਕਦਾ ਹੈ, ਜਦਕਿ ਦੁਕਾਨਦਾਰ ਦਾਅਵਾ ਕਰ ਰਹੇ ਨੇ ਕਿ ਸਮਾਨ ਚੀਨ ਤੋਂ ਆਇਆ ਹੀ ਨਹੀਂ। ਹਾਲਾਂਕਿ ਕਈ ਲੋਕ ਇਸ ਸਾਲ ਰੰਗਾਂ ਦੀ ਥਾਂ ਫੁੱਲਾਂ ਨਾਲ ਹੋਲੀ ਖੇਡਣ ਬਾਰੇ ਵੀ ਵਿਚਾਰ ਕਰ ਰਹੇ ਨੇ, ਪਰ ਇਹ ਸਭ ਦੇ ਵਿਚਾਲੇ ਛੋਟੇ ਵਿਕਰੇਤਾ ਪਰੇਸ਼ਾਨੀ 'ਚ ਨੇ। ਅੱਜ ਦੀ ਡੇਟ ਜਿਹੜਾ ਵੀ ਗਾਹਕ ਆ ਰਿਹਾ ਉਹ ਸਾਨੂੰ ਪਿਚਕਾਰੀ ਜਾਂ ਕੁਛ ਲੈਣ ਤੋਂ ਕਲਰ ਲੈਣ ਤੋਂ ਪਹਿਲਾਂ ਇਹ ਕਹਿੰਦਾ ਵੀ ਅੰਕਲ ਇਹਦੇ ਵਿੱਚ ਕਰੋਨਾ ਵਾਇਰਸ ਤਾਂ ਨਹੀਂ, ਇਹ ਚਾਈਨਾ ਦਾ ਮਾਲ ਤਾਂ ਨਹੀਂ ਹੈ। ਮੈਂ ਕਿਹਾ ਨਹੀਂ ਬੇਟਾ ਨਹੀਂ, ਇਹ ਚਾਈਨਾ ਦਾ ਮਾਲ ਤਾਂ ਅਸੀਂ ਪਿੱਛੇ ਹੀ ਨਹੀਂ ਆ ਰਿਹਾ, ਤੇ ਵੈਸੇ ਹੀ ਪੂਰੀ ਮਾਰਕੀਟ 'ਚ ਨਹੀਂ ਹੈ, ਅਵੇਲੇਬਲ ਹੀ ਨਹੀਂ ਹੈ। ਤੁਸੀਂ ਨਿਸ਼ਚਿੰਤ ਹੋ ਕੇ ਹੋਲੀ ਮਨਾਓ। तो अपने को देश की संस्कृति अनुसार समान है, पंजाब का ही माल ਅਸੀਂ ਵੇਚਦੇ ਹਾਂ, ਲੋਕਲ ਮਾਲ ਵੇਚਦੇ ਹਾਂ, ਬਾਹਰੋਂ ਮਾਲ ਨਹੀਂ ਆ ਰਿਹਾ। ਭਾਜੀ ਐਤਕੀ ਕੰਮ ਦਾ ਬਹੁਤ ਬੁਰਾ ਹਾਲ ਹੈ। ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਡਰ ਬੈਠਿਆ ਹੋਇਆ ਵਾ ਵੀ ਚਾਈਨਾ ਦਾ ਮਾਲ ਹੈ, ਉਹਦੇ ਕਰਕੇ ਗਾਹਕ ਜਿਹੜਾ ਆਉਂਦਾ ਦੇਖਦਾ ਵਾਪਸ ਚਲੇ ਜਾਂਦਾ। कुछ बाहर माल नहीं लगन दे रहे, ਉਹਦੇ ਕਰਕੇ भी फर्क हैगा। मैंने अंकल से पूछा कि ना इस कलर से कोरोना वायरस तो नहीं फैलेगा, वो कहते हैं नहीं फैलेगा। तब भी हम इस बार ना होली कम मनाएंगे, आगे ज़्यादा मनाते हैं। मेरे बच्चे भी जिद कर रहे हैं होली के लिए। मैं अपने बच्चों को यही कहा है कि इस बार होली मत खेलो, क्योंकि होली के साथ इन्फेक्शंस वगैरह होती है, और इससे बचने के लिए मैं तो यही बच्चों को सलाह दूंगा कि इस बार होली मत खेलें। हाँ, क्योंकि पानी के साथ खेलेंगे और बच्चों के साथ, क्योंकि आज के इन्फेक्शन के साथ ही ज़्यादा ये वायरल फैल रहा है। मैं ये लोगों को कहना चाहूँगा कि इस बार अपने फूलों की होली खेलें, कि रंगों की होली मत खेलें, क्योंकि रंगों में पहले भी इन्फेक्शंस बहुत कई तरह के इन्फेक्शंस होते हैं। कोरोना वायरस का असर श्री आनंदपुर साहिब की धरती ते मनाए जाने वाले होले महल्ले ते भी पै सकता है। 8 ਤੋਂ 10 मार्च तक चलण वाले होले महल्ले के समागमां के इंतजाम जोरां शोरां नाल हो रहे हैं, ਤੇ ਸੰਗਤ ਵੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ। ਪਰ ਕੋਰੋਨਾ ਵਾਇਰਸ ਦੇ ਖੌਫ ਕਰਕੇ ਸੰਗਤ ਦੀ ਤਾਦਾਦ 'ਚ ਕਮੀ ਨਾ ਆਵੇ, ਇਸ ਲਈ ਸੰਗਤ ਨੂੰ ਥੋੜੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਜਿਸ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਹ ਸਾਨੂੰ ਬਚਾਏਗਾ ਵੀ ਜ਼ਰੂਰ। ਐਸੀ ਵੈਸੇ ਕੋਈ ਗੱਲ ਨਹੀਂ ਹੈ, ਸਿਰਫ ਥੋੜਾ ਜਿਹਾ ਸਾਨੂੰ ਅਵੇਅਰ ਹੋਣ ਦੀ ਲੋੜ ਹੈ, ਆਪਣਾ ਧਿਆਨ ਰੱਖਣ ਦੀ ਲੋੜ ਹੈ। ਐਸੀ ਕੋਈ ਖਤਰੇ ਵਾਲੀ ਗੱਲ ਜਿਹੜੀ ਹੈ ਉਹ ਨਹੀਂ ਹੈ। ਸੰਗਤ ਆ ਰਹੀ ਹੈ, ਬਿਲਕੁਲ ਆ ਰਹੀ ਹੈ। ਇਸੇ ਬਿਮਾਰੀ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਵੀ 7 ਮਾਰਚ ਤੋਂ ਬਾਅਦ ਹੋਣ ਵਾਲੀਆਂ ਆਪਣੀਆਂ ਸਾਰੀਆਂ ਰੋਸ ਰੈਲੀਆਂ ਨੂੰ ਫਿਲਹਾਲ ਦੇ ਲਈ ਮੁਲਤਵੀ ਕਰ ਦਿੱਤਾ ਹੈ। ਜਿਹੜੀਆਂ ਕਿ ਰੈਲੀਆਂ ਸੀ ਸਾਡੀਆਂ 9 ਤਰੀਕ ਤੋਂ ਹੋਲਾ ਮਹੱਲਾ ਤੋਂ ਲੈ ਕੇ 21 ਤਰੀਕ ਤੱਕ ਫਤਿਹਗੜ੍ਹ ਸਾਹਿਬ ਤੱਕ ਜਿਹੜੀਆਂ ਰੈਲੀਆਂ ਸੀ ਉਹ ਸਾਰੇ ਦੀਆਂ ਸਾਰੀਆਂ ਇੱਕ ਵਾਰੀ ਰੱਦ ਕੀਤੀਆਂ ਗਈਆਂ, ਤਾਂ ਕਿ ਨਵੀਆਂ ਡੇਟਾਂ ਜਿਹੜੀਆਂ ਉਹ ਬਾਅਦ 'ਚ ਦਿੱਤੀਆਂ ਜਾਣਗੀਆਂ। ਜਿੱਥੇ ਮਨੁੱਖਤਾ ਨੂੰ ਕਿਸੇ ਗੱਲ ਦਾ ਕੋਈ ਖਤਰਾ ਹੋਵੇ, ਜਿੱਥੇ ਬਿਮਾਰੀਆਂ ਦੇ ਇਕੱਠ ਦੇ ਵਿੱਚ ਵੱਡੇ ਪੱਧਰ ਤੇ ਫੈਲਣ ਦਾ ਖਤਰਾ ਹੋਵੇ, ਤਾਂ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਦੀ ਮੈਡੀਕਲੀ ਐਡਵਾਈਜ਼ਰੀ ਜਾਰੀ ਹੋਈ ਹੈ, ਉਸ ਚੀਜ਼ ਦੇ ਮੱਦੇਨਜ਼ਰ ਇਹ ਜ਼ਰੂਰੀ ਸੀ ਕਿ ਵੱਡੇ ਇਕੱਠ ਜਿਹੜੇ ਹੈ ਉਹ ਜ਼ਿਆਦਾਤਰ ਜਿਹੜੇ ਹੈ ਅਵੋਇਡ ਕੀਤੇ ਜਾ ਸਕਣ, ਉਹਨਾਂ ਤੋਂ ਬਚਿਆ ਜਾ ਸਕੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜਿੱਥੇ ਮਨੁੱਖਤਾ ਦੀ ਸੇਵਾ ਦੇ ਵਿੱਚ ਖੜਦਾ, ਮਨੁੱਖਤਾ ਦੀ ਗੱਲ ਕਰਦਾ, ਤਾਂ ਜਿੱਥੇ ਮੈਡੀਕਲੀ ਐਡਵਾਈਜ਼ਰੀ ਆਈ ਹੈ, ਇਸ ਕਰਕੇ ਇਹ 9 ਤਰੀਕ ਤੋਂ ਲਾ ਕੇ 21 ਤਰੀਕ ਜਿਹੜੀਆਂ ਰੈਲੀਆਂ ਨੇ ਉਹ ਰੱਦ ਕੀਤੀਆਂ ਗਈਆਂ। ਕੋਰੋਨਾ ਵਾਇਰਸ ਦੇ ਡਰ ਦੀ ਇੱਕ ਤਸਵੀਰ ਸਾਊਦੀ ਅਰਬ ਸਥਿਤ ਮੁਸਲਿਮ ਭਾਈਚਾਰੇ ਦੇ ਪਵਿੱਤਰ ਸਥਾਨ ਮੱਕਾ ਤੋਂ ਵੀ ਸਾਹਮਣੇ ਆਈ। ਅਜਿਹਾ ਪਹਿਲੀ ਵਾਰ ਹੈ ਜਦੋਂ ਮੱਕਾ 'ਚ ਸੁੰਜ ਪਸਰੀ ਹੋਈ ਹੈ, ਕਿਉਂਕਿ ਸਰਕਾਰ ਵੱਲੋਂ ਇਸ ਪੂਰੇ ਇਲਾਕੇ ਨੂੰ ਸਟੈਰਿਲਾਈਜ਼ ਕਰਨ ਲਈ ਖਾਲੀ ਕਰਾਇਆ ਗਿਆ ਹੈ। ब्यूरो रिपोर्ट, PTC न्यूज़। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਜ਼ਰੂਰ ਬਣਾਏ ਗਏ ਨੇ, ਪਰ ਉੱਥੇ ਇਲਾਜ ਲਈ ਕਿੰਨੀ ਕੁ ਤਿਆਰੀ ਹੈ, ਸਟਾਫ ਕੋਲ ਟ੍ਰੇਨਿੰਗ ਹੈ ਜਾਂ ਨਹੀਂ, ਅਤੇ ਹਸਪਤਾਲਾਂ ਵਿੱਚ ਕਿਹੋ ਜਿਹੇ ਇੰਤਜ਼ਾਮ ਨੇ, ਇਸ ਦਾ ਗਰਾਊਂਡ ਜ਼ੀਰੋ ਤੋਂ ਜਾਇਜ਼ਾ ਲਿਆ PTC ਨਿਊਜ਼ ਦੇ ਪੱਤਰਕਾਰਾਂ ਨੇ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਲਗਾਤਾਰ ਪੰਜਾਬ ਦੇ ਵਿੱਚ ਵੀ ਆ ਰਹੇ ਨੇ। ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਕੇਸ ਸਾਹਮਣੇ ਆਇਆ ਹੈਗਾ। ਸਪੈਸ਼ਲ ਵਾਰਡ ਜਿਹੜਾ ਇੱਥੇ ਬਣਾਏ ਗਏ ਨੇ 3 ਵਾਰ, ਇਹ ਤੁਸੀਂ ਵੇਖ ਸਕਦੇ ਹੈਗੇ ਕਿ ਇਸ ਵਾਰਡ ਦੇ ਅੰਦਰ ਜਿਹੜੇ 3 ਇੰਸ਼ੋਰੈਂਸ ਵਾਰਡ ਜਿਹੜੇ ਬਣਾਏ ਗਏ ਨੇ, ਪਰ ਇੱਥੇ ਹੋਰ ਵੀ ਵਾਰਡ ਨੇ ਜਿਹੜੇ ਆਮ ਮਰੀਜ਼ ਨੇ ਉਹਨਾਂ ਦੇ ਵਾਰਡ ਵੀ ਬਿਲਕੁਲ ਨਾਲ ਨੇ। ਇਹ ਬਹੁਤ ਵੱਡੀ ਇੱਕ ਲਾਪਰਵਾਹੀ ਆਪਾਂ ਇਹ ਕਹਿ ਸਕਦੇ ਹੈਗੇ ਸਿਹਤ ਵਿਭਾਗ ਦੀ ਤੇ ਬਠਿੰਡਾ ਹਸਪਤਾਲ ਦੇ ਅਧਿਕਾਰੀਆਂ ਦੀ। ਤੇ ਕੁੱਲ ਮਿਲਾ ਕੇ ਜਿਹੜੀ ਇੱਥੇ ਇਤਿਹਾਤਨ ਤੌਰ ਤੇ ਜਿਹੜੇ ਇੱਥੇ ਪੁਲਿਸ ਵੀ ਤੈਨਾਤ ਕੀਤੀ ਗਈ ਹੈ ਵੀ ਕੋਈ ਵੀ ਇੱਥੇ ਨਾ ਜਾ ਸਕੇ, ਉਹਨਾਂ ਤੋਂ ਹੀ ਜਾਣਦੇ ਹੈਗੇ। ਵੀਰ ਜੀ, ਇਹ ਤੁਸੀਂ ਕਦੋਂ ਤੋਂ ਇੱਥੇ ਡਿਊਟੀ ਤੇ ਆਏ ਹੈਗੇ? ਕੱਲ ਸ਼ਾਮ ਦੇ 5:30 ਵਜੇ। ਅੱਛਾ ਜੀ, ਸ਼ਾਮੀ ਆਇਆ ਮਰੀਜ਼। ਇਹ ਕਿਉਂ ਆਏ ਹੋ ਤੁਸੀਂ ਇੱਥੇ?
ਇਹ ਕਰੋਨਾ ਵਾਇਰ ਵਾਲਾ ਮਰੀਜ਼ ਆਇਆ ਉਹਦੇ ਕਰਕੇ ਡਿਊਟੀ ਲੱਗੀ ਹੋਈ ਹੈ ਵੀ ਕਿਸੇ ਨੂੰ ਅੰਦਰ ਨਹੀਂ ਜਾਣ ਦੇਣਾ। ਠੀਕ ਹੈ ਜੀ। ਹਾਂਜੀ। ਅੱਛਾ ਇਹ ਦੱਸੋ ਉਹਦੇ ਵਾਰਡ ਦੇ ਨਾਲ ਹੋਰ ਵੀ ਵਾਰਡ ਹੈਗੇ ਆ ਜਿਹੜੇ ਆਮ ਮਰੀਜ਼ ਨੇ? ਵਾਰਡ ਹੈ ਤਾਂ ਹੈਗੇ, ਉਹਨਾਂ ਦੇ ਕਮਰੇ ਬੰਦ ਕਰਾ ਦਿੱਤੇ ਗਏ ਆ ਵੀ ਅਸੀਂ ਬਾਹਰ ਨਹੀਂ ਆਉਣਾ ਗਏ ਕਰਕੇ। ਹਾਂਜੀ। ਕੁੱਲ ਮਿਲਾ ਕੇ ਮਰੀਜ਼ਾਂ ਨੂੰ ਇੱਥੇ ਰੋਕਿਆ ਜਾ ਰਿਹਾ ਹੈਗਾ, ਮੂੰਹ ਢੱਕਣ ਵਾਸਤੇ ਕਿਹਾ ਜਾ ਰਿਹਾ, ਪਰ ਇਹਨਾਂ ਨੂੰ ਮਾਸਕ ਨਹੀਂ ਦਿੱਤਾ ਜਾ ਰਿਹਾ ਹੈਗਾ। ਬਿਲਕੁਲ ਇਹ ਜਿਸ ਤਰ੍ਹਾਂ ਸ਼ੱਕੀ ਮਰੀਜ਼ ਇੱਥੇ ਵੀ ਆਇਆ ਹੈਗਾ ਤਾਂ ਕੁਝ ਲਾਪਰਵਾਹੀਆਂ ਜਿਹੜੀਆਂ ਇਹ ਵਰਤੀਆਂ ਇਹ ਜਾ ਰਹੀਆਂ ਨੇ, ਜਿਵੇਂ ਮਾਸਕ ਨਹੀਂ ਇਹ ਦਿੱਤਾ ਜਾ ਰਿਹਾ ਹੈਗਾ ਤੇ ਵਾਰਡ ਵੀ ਜਿਹੜੇ ਹੈਗੇ ਆਮ ਵਾਰਡ ਵੀ ਇੰਸ਼ੋਰੈਂਸ ਵਾਰਡ ਦੇ ਬਿਲਕੁਲ ਨਾਲ ਨੇ। ਕੈਮਰਾਮੈਨ ਪ੍ਰੀਤਪਾਲ ਸਿੰਘ ਨਾਲ ਰਾਕੇਸ਼ ਕੁਮਾਰ, PTC ਨਿਊਜ਼, ਬਠਿੰਡਾ। कोरोना वायरस ਨੂੰ ਲੈ ਕੇ ਪੂਰਾ ਦੇਸ਼ ਇਸ ਸਮੇਂ ਸਖਤੇ ਵਿੱਚ ਹੈ। ਸਾਰਾ ਦੇਸ਼ ਪਰੇਸ਼ਾਨ ਹੈ ਕਿ ਕਿਤੇ ਭਾਰਤ ਵਿੱਚ ਵੀ ਜਿਹੜਾ ਕਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ ਵਿਦੇਸ਼ ਤੋਂ ਆ ਕੇ। ਹੁਣ ਹਾਲਾਂਕਿ ਡਾਕਟਰਸ ਵੱਲੋਂ ਪੂਰੀ ਪ੍ਰੀਕਾਸ਼ਨਸ ਵਰਤੀਆਂ ਜਾ ਰਹੀਆਂ। ਅਗਰ ਚੰਡੀਗੜ੍ਹ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਮੋਹਾਲੀ ਦੀ, ਤਾਂ ਹਾਲੇ ਤੱਕ ਕਈ ਕੇਸਿਸ ਮੋਹਾਲੀ ਵਿਖੇ ਤੇ ਚੰਡੀਗੜ੍ਹ ਵਿਖੇ ਆ ਚੁੱਕੇ ਨੇ, ਲੇਕਿਨ ਸਾਰੇ ਹੀ ਜਿਹੜੇ ਕੇਸਿਸ ਆਏ ਨੇ ਉਹ ਨੈਗੇਟਿਵ ਰਿਪੋਰਟਸ ਆਈ ਹੈ। ਹਾਲੇ ਤੱਕ ਅਸੀਂ ਇਸ ਵੇਲੇ 6 ਫੇਸ ਹਸਪੀਟਲ ਵਿਖੇ ਖੜੇ ਹਾਂ ਮੋਹਾਲੀ ਦੇ। ਤੁਸੀਂ ਤਸਵੀਰ ਰਾਹੀਂ ਵੇਖ ਸਕਦੇ ਹੋ ਕਿ ਇਹ ਫਲੂ कॉर्नर रखा गया है कि जेड़ा भी कोई अगर पेशेंट आता है पूरा वार्ड स्पेशली इस तौर ते लिए बनाया गया। सब तो पहले इत्थे आएगा, इत्थे उसकी एंट्री की जाएगी। एंट्री करन तो बाद ऐसे जिहड़े कि सारियां चीज़ां उस तो पुछियां जाणगियां, जो क्या सी क्या प्रॉब्लम है। उस तो बाद ਤੁਸੀਂ ਤਸਵੀਰ ਆਈ ਵੇਖ ਰਹੇ ਹੋ, ਅਸੀਂ ਅੰਦਰ ਜਾ ਰਹੇ ਹਾਂ। ਇੱਥੇ ਐਮਰਜੈਂਸੀ ਦੇ ਨਾਲ ਇੱਥੇ ਆਈਸੋਲੇਸ਼ਨ ਜਿਹੜਾ ਇੱਕ ਵਾਰਡ ਰੂਮ ਬਣਾਇਆ ਗਿਆ ਹੈ। ਇਹੀ ਆਈਸੋਲੇਸ਼ਨ ਜਿਹੜਾ ਰੂਮ ਹੈ ਜਿੱਥੇ ਵੀ ਜਿਸ ਨੂੰ ਕਰੋਨਾ ਵਾਇਰਸ ਦਾ ਅਗਰ ਕੋਈ ਵੀ ਸੰਦਿਗਧ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਇसी ਦੇ ਅੰਦਰ ਖਾਸ ਤੌਰ ਤੇ ਰੱਖਿਆ ਜਾ ਰਿਹਾ ਹੈ। ਇਹ ਦੋ ਜਿਹੜੇ ਕਿ ਗੇਟਸ ਬਣਾਏ ਗਏ ਨੇ, ਇੱਕ ਚੇਂਜਿੰਗ ਰੂਮ ਹੈ, ਉਸ ਤੋਂ ਅੰਦਰ ਜਿਹੜਾ ਇੱਕ ਰੂਮ ਰੱਖਿਆ ਗਿਆ ਉੱਥੇ ਉਸ ਪੇਸ਼ੈਂਟ ਨੂੰ ਰੱਖਿਆ ਜਾਂਦਾ ਹੈ। ਕਿਸੇ ਦੀ ਵੀ ਇੱਥੋਂ ਐਂਟਰੀ ਨਹੀਂ ਹੈ। ਸਾਡਾ ਗੱਲ ਕਰਨ ਦੇ ਲਈ ਸਿਵਲ ਸਰਜਨ ਮੋਹਾਲੀ ਮੌਜੂਦ ਹੈ। ਸਰ ਤੁਹਾਡੇ ਕੋਲ ਜਾਣਨਾ ਚਾਹਾਂਗੇ ਹੁਣ ਤੱਕ ਸਰ ਕਿੰਨੇ ਕੇਸ ਆ ਚੁੱਕੇ ਨੇ? ਅਗਰ ਮੋਹਾਲੀ ਦੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਕਿੰਨੇ ਸਸਪੈਕਟਡ ਕੇਸ ਆਏ ਨੇ, ਕਿੰਨਿਆਂ ਨੂੰ ਤੁਸੀਂ ਚੈੱਕ ਕਰ ਚੁੱਕੇ ਹੋ ਹੁਣ ਤੱਕ? 318 ਪੈਸੇਂਜਰਸ ਅਸੀਂ ਜਿਹੜੇ ਹੋਮ ਆਬਜ਼ਰਵੇਸ਼ਨ 'ਚ ਹੀ ਰੱਖੇ ਸੀਗੇ ਤੇ 13 ਮਰੀਜ਼ਾਂ ਦਾ ਅਸੀਂ ਸੈਂਪਲ ਜਿਹੜਾ ਹੈਗਾ ਚੈੱਕ ਕਰਕੇ ਭੇਜਿਆ, ਜਿਹੜਾ ਉਹ ਸਾਰੇ ਨੈਗੇਟਿਵ ਆਏ ਨੇ। ਕੱਲ੍ਹ ਵੀ ਜਿਹੜਾ ਇੱਕ ਪੇਸ਼ੈਂਟ ਅਸੀਂ ਅਮਰੀਕਾ ਤੋਂ ਆਇਆ ਸੀਗਾ ਜਿਹੜਾ ਜਿਹਦੇ 'ਚ ਸਿੰਪਟਮ ਵੀ ਸੀਗੇ ਕਿਉਂਕਿ ਉਹਦੇ ਕੁਲੀਗਸ ਦਾ ਜਿਹੜਾ ਪੋਜ਼ਿਟਿਵ ਆਇਆ ਸੀ ਉਹ ਇਸ ਕਮਰੇ 'ਚ ਰੱਖਿਆ ਗਿਆ ਸੀਗਾ ਤੇ ਉਹ ਸਾਰਾ ਜਿਹੜਾ ਹੈਗਾ ਨੈਗੇਟਿਵ ਆਇਆ ਹੈਗਾ ਅੱਜ, ਤਾਂ ਕਰਕੇ ਉਹਨੂੰ ਅਸੀਂ ਡਿਸਚਾਰਜ ਕਰ ਦਿੱਤਾ ਹੈਗਾ। ਸਰ ਅਗਰ ਡਾਕਟਰਸ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਡਾਕਟਰਸ ਦੀ ਟੀਮ ਲਗਾਈ ਗਈ ਹੈ? ਅਗਰ ਇਸ ਪੂਰੇ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਇਸ ਨੂੰ ਰਨ ਕੀਤਾ ਜਾ ਰਿਹਾ ਹੈ? ਕਿਆ ਪ੍ਰੀਕਾਸ਼ਨਸ ਵਰਤੇ ਜਾ ਰਹੇ ਨੇ? ਸਟਾਰਟਿੰਗ ਜਿਵੇਂ ਅਸੀਂ ਇੱਕ ਫਲੂ ਕਾਰਨਰ ਦੇਖਿਆ ਉਹ ਵੀ ਤੁਸੀਂ ਲਗਾਇਆ ਹੋਇਆ, ਉਹ ਕਿਆ ਚੀਜ਼ਾਂ ਨੇ? ਫਲੂ ਕਾਰਨਰ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਵਾਲੇ ਪੇਸ਼ੈਂਟ ਨੇ ਚਾਹੇ ਉਹ ਕਰੋਨਾ ਦੇ ਨਹੀਂ ਵੀ ਹੈਗੇ ਤਾਂ ਉਹਨਾਂ ਨੂੰ ਵੀ ਸੈਪਰੇਟ ਦੇਖਿਆ ਜਾਵੇ, ਇਹ ਤਾਂ ਕਿ ਉਹ ਬਾਕੀ ਮਰੀਜ਼ਾਂ ਨਾਲ ਨਾ ਇੰਟਰਫੇਅਰ ਕਰਨ। ਸਰ ਸਵਾਲ ਹੈ ਐਮਰਜੈਂਸੀ ਨਾਲ ਹੀ ਸਰ ਇਹ ਕਰੋਨਾ ਵਾਇਰਸ ਉਸੇ ਆਈਸੋਲੇਸ਼ਨ ਰੂਮ ਬਣਾਇਆ ਸਰ, ਕਿਆ ਕਿਉਂਕਿ ਬਹੁਤ ਈਜ਼ੀਲੀ ਸਰ ਫੈਲ ਜਾਂਦਾ ਹੈ ਸਰ, ਕਿਆ ਇਸ ਦਾ ਕੋਈ ਇਹ ਜਿਹੜਾ ਮਰੀਜ਼ ਹੈ ਦੈਟ ਇਜ਼ ਵਾਈ ਇੱਥੇ ਡਬਲ ਸੈਪਰੇਸ਼ਨ ਰੱਖੀ ਹੋਈ ਹੈ, ਉਹ ਇੱਧਰ ਆਏਗਾ ਹੀ ਨਹੀਂ, ਉਹ ਉੱਥੇ ਹੀ ਰਹੇਗਾ। ਈਵਨ ਫੂਡ ਜਿਹੜਾ ਹੈਗਾ ਸਾਡੇ ਹਸਪਤਾਲ 'ਚੋਂ ਸਪਲਾਈ ਕੀਤਾ ਜਾਂਦਾ ਹੈ, ਜਿੰਨੇ ਪੇਸ਼ੈਂਟ ਉਹਨਾਂ ਨੂੰ ਸਿੱਧਾ ਉੱਥੇ ਸਪਲਾਈ ਕੀਤਾ ਜਾਂਦਾ ਸਾਡੀਆਂ ਟੀਮਾਂ ਦੁਆਰਾ, ਉਹਨਾਂ ਨੂੰ ਇੱਧਰਲੇ ਪਾਸੇ ਮਿਕਸਿੰਗ ਨਹੀਂ ਅਲਾਉ ਕੀਤੀ ਜਾਂਦੀ। ਪ੍ਰੀਕਾਸ਼ਨਸ ਬਾਰ-ਬਾਰ ਬਰਤਨ ਡਾਕਟਰਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਦੇ ਨਾਲ ਹੱਥ ਨਾ ਮਿਲਾਉਣ, ਕੋਸ਼ਿਸ਼ ਇਹ ਕਰਨ ਕਿ ਦੂਰੋਂ ਗੱਲ ਕਰਨ, ਬਾਰ-ਬਾਰ ਆਪਣੇ ਹੱਥਾਂ ਨੂੰ ਧੋਣ। ਜੋ ਕਿਤੇ ਅਗਰ ਉਹ ਬਾਹਰ ਜਾਂਦੇ ਨੇ ਜਾਂ ਕਿਸੇ ਲਿਫਟ ਨੂੰ ਇਸਤੇਮਾਲ ਕਰਦੇ ਨੇ ਤਾਂ ਉਸ ਚੀਜ਼ਾਂ ਨੂੰ ਛੂਹਣ ਤੋਂ ਥੋੜੀ ਜੀ ਗਰੇਜ਼ ਜ਼ਰੂਰ ਕਰਨ। ਕੈਮਰਾਮੈਨ ਬਨੀ ਚੌਹਾਨ ਦੇ ਨਾਲ ਅਮਨਪ੍ਰੀਤ ਕੌਰ, PTC ਨਿਊਜ਼ ਮੋਹਾਲੀ। ਪੂਰੇ ਦੇਸ਼ ਦੇ ਹਸਪਤਾਲਾਂ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਹਸਪਤਾਲ ਹੈ, ਸਰਕਾਰੀ ਹਸਪਤਾਲ ਹੈ, ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਲਈ ਆਈਸੋਲੇਸ਼ਨ ਜਿਹੜੇ ਵਾਰਡ ਆ ਉਹ ਤਿਆਰ ਕੀਤੇ ਗਏ ਨੇ ਔਰ ਲਗਾਤਾਰ ਡਾਕਟਰਾਂ ਦੀ ਜਿਹੜੀ ਟੀਮ ਹੈ ਉਹ ਗਠਿਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇਸ ਪੂਰੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਲਈ ਚਾਹੇ ਕੋਈ ਵੀ ਸ਼ੱਕੀ ਮਰੀਜ਼ ਹੈ ਉਸ ਦੇ ਵਾਸਤੇ ਇੱਕ ਟੀਮ ਗਠਿਤ ਕੀਤੀ ਹੈ। ਪਰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਆਈਸੋਲੇਸ਼ਨ ਵਾਰਡ ਦੇ ਕਿਹੋ ਜਿਹੇ ਹਾਲਾਤ ਨੇ ਔਰ ਕਿਹੋ ਜਿਹੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਅਸੀਂ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਕੈਮਰੇ ਦੇ ਜ਼ਰੀਏ ਪੂਰੀ ਤਰ੍ਹਾਂ ਜਿਹੜਾ ਇਹ ਵਾਰਡ ਹੈ ਤੁਸੀਂ ਦੇਖ ਸਕਦੇ ਹੋ, ਲੁਧਿਆਣਾ ਦਾ ਸਿਵਲ ਹਸਪਤਾਲ ਦਾ ਵਾਰਡ ਜਿਸ ਦੇ ਵਿੱਚ ਸਟੈਪ ਬਾਈ ਸਟੈਪ ਜਿਹੜੇ ਵਾਰਡ ਦੇ ਵਿੱਚ, ਕਿਉਂਕਿ ਇਹ ਪਹਿਲਾ ਸਟੈਪ ਹੈ, ਦੂਸਰਾ ਅੱਗੇ ਇਹ ਪੂਰੀ ਤਰ੍ਹਾਂ ਜਿਹੜਾ ਅਗਲਾ ਗੇਟ ਆਉਂਦਾ ਹੈ ਇਹ ਆਈਸੋਲੇਸ਼ਨ ਵਾਰਡ ਜਿਹੜਾ ਹੈ ਤਿਆਰ ਕੀਤਾ ਗਿਆ ਔਰ ਉੱਪਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਕਾਇਦਾ ਲਿਖ ਕੇ ਲਾ ਦਿੱਤਾ ਗਿਆ ਔਰ ਕਰੋਨਾ ਵਾਇਰਸ ਦੇ ਅਗਰ ਕੋਈ ਸ਼ੱਕੀ ਮਰੀਜ਼ ਪਾਇਆ ਜਾਂਦਾ ਹੈ ਲੁਧਿਆਣੇ ਦੇ ਵਿੱਚ, ਅਗਰ ਐਸਾ ਕੋਈ ਮਰੀਜ਼ ਦੀ ਸੂਚਨਾ ਮਿਲਦੀ ਹੈ ਤਾਂ ਉਸ ਨੂੰ ਸਿੱਧਾ ਇੱਥੇ ਲਿਆਂਦਾ ਜਾਵੇਗਾ ਇਸ ਵਾਰਡ ਦੇ ਵਿੱਚ। ਟੀਮਾਂ ਜਿਹੜੀਆਂ ਨੇ ਚਾਹੇ ਉਹ ਨਰਸਿੰਗ ਸਟਾਫ ਹੈ ਚਾਹੇ ਡਾਕਟਰਾਂ ਦੀ ਟੀਮ ਹੈ ਪੂਰੀ ਤਰ੍ਹਾਂ ਚੁਕੰਨੀ ਹੈ ਔਰ ਲਗਾਤਾਰ ਜਿਹੜੀ ਸਾਫ਼ ਸਫਾਈ ਦਾ ਵੀ ਧਿਆਨ ਰੱਖਿਆ ਜਾ ਰਿਹਾ ਔਰ ਇੱਕ ਪਾਸੇ ਜਿਹੜੀ ਮੈਡੀਸਨ ਹੈ ਉਹ ਵੀ
ਇੱਥੇ ਦਵਾਈਆਂ ਦਾ ਇੰਤਜ਼ਾਮ ਹੈ ਔਰ ਲਗਾਤਾਰ ਜਿਹੜਾ ਪੂਰੇ ਦੇਸ਼ ਦੇ ਵਿੱਚ ਇੱਕ ਜਿਹੜਾ ਡਰ ਹੈ ਲੋਕਾਂ ਦੇ ਵਿੱਚ, ਕਿਉਂਕਿ ਮਾਸਕ ਪਾ ਕੇ ਦੁਕਾਨਾਂ ਦੇ ਉੱਤੇ ਜਿਹੜੇ ਮਾਸਕ ਵਿਕ ਰਹੇ ਨੇ, ਮਾਸਕ ਪਾ ਕੇ ਨਿਕਲੋ ਔਰ ਕਿਸੇ ਨਾਲ ਹੱਥ ਨਾ ਮਿਲਾਓ, ਡਾਕਟਰਾਂ ਦੀ ਇਹੀ ਕਹਿਣਾ ਹੈ। ਔਰ ਜਿਹੜੇ ਇਸ ਲੁਧਿਆਣਾ ਦੇ ਵਿੱਚ ਵਾਰਡ ਦੇ ਵਿੱਚ ਬੈੱਡ ਲੱਗੇ ਨੇ ਉਹ ਤਕਰੀਬਨ 12-13 ਦੇ ਕਰੀਬ ਬੈੱਡ ਲਾਏ ਗਏ ਨੇ, ਪਰ ਹਜੇ ਤੱਕ ਐਸੀ ਕੋਈ ਖਬਰ ਨਹੀਂ ਹੈ ਕਿ ਲੁਧਿਆਣਾ ਦੇ ਵਿੱਚ ਕੋਈ ਕਰੋਨਾ ਵਾਇਰਸ ਦਾ ਕੋਈ ਸ਼ੱਕੀ ਮਰੀਜ਼ ਪਾਇਆ ਗਿਆ ਜਾਂ ਕੋਈ ਮਰੀਜ਼ ਸਾਹਮਣੇ ਆਇਆ। ਪਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਨੇ ਟੀਮ ਗਠਿਤ ਕੀਤੀ ਹੈ ਡਾਕਟਰਾਂ ਦੀ ਔਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਸਿਹਤ ਵਿਭਾਗ ਨੇ ਆਦੇਸ਼ ਜਾਰੀ ਕੀਤੇ ਨੇ ਕਿ ਤੁਸੀਂ ਚੁਕੰਨੇ ਰਹੋ ਔਰ ਵਾਰਡ ਦੇ ਵਿੱਚ ਜਿਹੜੇ ਇੰਤਜ਼ਾਮ ਹੈ ਉਸ ਨੂੰ ਪੂਰੇ ਰੱਖੋ ਔਰ ਅਗਰ ਕੋਈ ਮਰੀਜ਼ ਸ਼ੱਕੀ ਜਾਂ ਕੋਈ ਕਰੋਨਾ ਵਾਇਰਸ ਦਾ ਕੋਈ ਮਰੀਜ਼ ਸਾਹਮਣੇ ਆਉਂਦਾ ਤਾਂ ਉਸ ਨੂੰ ਵਾਰਡ ਦੇ ਵਿੱਚ ਇਸੇ ਵਾਰਡ ਦੇ ਵਿੱਚ ਸ਼ਿਫਟ ਕਰਕੇ ਉਸ ਦਾ ਇਲਾਜ ਕੀਤਾ ਜਾਵੇਗਾ। ਕੈਮਰਾਮੈਨ ਬਲਵਿੰਦਰ ਗੋਲਡੀ ਦੇ ਨਾਲ ਨਵੀਨ ਸ਼ਰਮਾ, PTC ਨਿਊਜ਼, ਲੁਧਿਆਣਾ। ਕੋਰੋਨਾ ਤੋਂ ਬਚਣ ਲਈ ਮਾਸਕ ਪਾਉਣਾ ਅਤੇ ਸੈਨੀਟਾਈਜ਼ਰ ਇਸਤੇਮਾਲ ਕਰਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਇਹਨਾਂ ਚੀਜ਼ਾਂ ਦੀ ਵੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਜਾਂ ਤਾਂ ਇਹ ਸਮਾਨ ਮੈਡੀਕਲ ਦੁਕਾਨਾਂ ਤੇ ਮਿਲ ਹੀ ਨਹੀਂ ਰਿਹਾ ਜਾਂ ਫਿਰ ਉਸ ਦੀ ਕੀਮਤ ਕਈ ਗੁਣਾ ਵੱਧ ਗਈ ਹੈ। ਜਾਇਜ਼ਾ PTC ਨਿਊਜ਼ ਦੇ ਪੱਤਰਕਾਰਾਂ ਨੇ ਸਰਕਾਰੀ ਹਸਪਤਾਲ ਦੇ ਬਾਹਰ ਜਿਹੜੀਆਂ ਮੈਡੀਸਨ ਸ਼ਾਪਸ ਹਨ ਉਹਨਾਂ ਦੇ ਹਾਲਾਤ ਦਿਖਾਉਂਦੇ ਹਾਂ, ਉਹਨਾਂ ਨਾਲ ਗੱਲ ਕਰਦੇ ਹਾਂ ਵੀ ਜਿਹੜੇ ਕਰੋਨਾ ਵਾਇਰਸ ਦੀ ਬੇਸਿਕ ਨੀਡ ਮੰਨੀ ਜਾਣ ਵਾਲੇ ਮਾਸਕ ਜਿਹੜੇ ਹਨ 3 ਲੇਅਰ ਔਰ ਸੈਨੀਟਾਈਜ਼ਰ ਦੀ ਡਿਮਾਂਡ ਬਹੁਤ ਵੱਧ ਗਈ ਹੈ, ਉਹਦੇ ਬਾਰੇ ਗੱਲ ਕਰਦੇ ਹਾਂ ਵੀ ਕੀ ਉਹ ਦੁਕਾਨਾਂ ਦੇ ਉੱਤੇ ਅਵੇਲੇਬਲ ਹਨ। ਭਾਜੀ ਮੈਡੀਕਲ ਸ਼ਾਪਸ ਤੇ ਇਸ ਵੇਲੇ ਜ਼ਿਆਦਾ ਗਾਹਕ ਕਿਸ ਚੀਜ਼ ਦਾ ਆ ਰਿਹਾ ਕਰੋਨਾ ਵਾਇਰਸ ਨੂੰ ਲੈ ਕੇ? ਸੈਨੀਟਾਈਜ਼ਰ ਤੇ ਮਾਸਕ ਦਾ। ਕੀ ਤੁਹਾਡੇ ਕੋਲ ਅਵੇਲੇਬਲ ਹੈਗਾ ਆ ਮਾਸਕ ਔਰ ਸੈਨੀਟਾਈਜ਼ਰ? ਕਿੰਨੇ ਕੁ ਅਵੇਲੇਬਲ ਹੈਗੇ ਗਾਹਕਾਂ ਨੂੰ ਦੇਣ ਲਈ? ਨਹੀਂ ਸਰ, ਮਿਲਦੇ ਨਹੀਂ ਪਏ। ਕੀ ਕਾਰਨ ਹੈ ਵੀ ਕਿਉਂ ਨਹੀਂ, ਮਤਲਬ ਕਿਉਂ ਨਹੀਂ ਤੁਸੀਂ ਗਾਹਕਾਂ ਨੂੰ ਦੇ ਸਕਦੇ ਪਏ ਹੋ? ਪਿੱਛੋਂ ਨਹੀਂ ਮਿਲ ਰਹੇ ਜੀ, ਸਪਲਾਈ ਹੈ ਨਹੀਂ। ਜਿਹੜਾ 3 ਲੇਅਰ ਮਾਸਕ ਸੀਗਾ ਇਹ ਪਹਿਲਾਂ ਕਿੰਨੇ ਦਾ ਸੀ ਤਾਂ ਹੁਣ ਜੇ ਤੁਹਾਨੂੰ ਜੇ ਮਿਲਦਾ ਵੀ ਹੈ ਤਾਂ ਕਿਸ ਰੇਟ 'ਚ ਮਿਲਦਾ ਹੈ ਔਰ ਕਿਸ ਰੇਟ 'ਚ ਵੇਚਦੇ ਹੋ? ਪਹਿਲਾਂ ਤਾਂ 10 ਰੁਪਏ ਸੇਲ ਹੁੰਦੀ ਸੀ ਜੀ, ਤਾਂ ਹੁਣ ਦਾ ਪਤਾ ਨਹੀਂ ਕਿਉਂਕਿ ਮਿਲਦਾ ਹੀ ਨਹੀਂ। ਹਾਂ ਭਾਜੀ ਇੱਥੇ ਦੁਕਾਨ ਤੇ ਆਏ ਸੀ, ਕੀ ਖਰੀਦਣ ਆਏ ਹੋ? ਸੈਨੀਟਾਈਜ਼ਰ ਔਰ ਮਾਸਕ ਖਰੀਦਣਾ ਆਇਆ। ਕੀ ਮਿਲਦਾ ਪਿਆ? ਨਹੀਂ, ਮਾਰਕੀਟ ਦੇ ਵਿੱਚ ਜੋ ਸੁਣਨੇ 'ਚ ਆਇਆ 2-3 ਜਗ੍ਹਾ ਤੇ ਪਤਾ ਕੀਤਾ 3 ਗੁਣਾ ਰੇਟ 2 ਗੁਣਾ ਰੇਟ ਹੋ ਚੁੱਕਿਆ, ਪਰ ਉਸ ਰੇਟ ਤੇ ਵੀ ਅਵੇਲੇਬਲ ਨਹੀਂ ਹੈਗੇ ਮਾਰਕੀਟ 'ਚ। ਕੀ ਕਹਿਣਾ ਚਾਹੋਗੇ ਇੱਦਾਂ ਦੇ ਜੇ ਸਰਕਾਰ ਨੂੰ ਅੱਜ ਸਰਕਾਰ ਕਹਿ ਰਹੀ ਹੈ ਪੁਖਤਾ ਪ੍ਰਬੰਧ ਕੀਤੇ ਗਏ ਆ ਸਾਰੇ ਕੁਝ, ਪਰ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਬੇਸਿਕ ਨੀਡ ਆ ਸੈਨੀਟਾਈਜ਼ਰ ਔਰ 3 ਲੇਅਰ ਮਾਸਕ ਉਹੀ ਨਹੀਂ ਮਿਲ ਰਿਹਾ, ਕੀ ਮੰਗ ਕਰੋਗੇ? ਇਹ ਸਰਕਾਰ ਦੇ ਖੋਖਲੇ ਵਾਅਦੇ ਜਿਹੜੇ ਸਿਹਤ ਵਿਭਾਗ ਲਈ ਕੀਤੇ ਜਾਂਦੇ ਆ ਉਹ ਬਿਲਕੁਲ ਖੋਖਲੇ ਸਾਬਤ ਹੋ ਰਹੇ ਆ। ਮਾਰਕੀਟ 'ਚ ਸਰਕਾਰ ਦੇ ਹੀ ਏਜੰਟ ਇਸ ਵੇਲੇ ਰੇਟ ਚੀਜ਼ਾਂ ਦੇ ਵਧਾ ਰਹੇ ਆ, ਜਿਹੜੇ ਅਵੇਲੇਬਿਲਟੀ ਨਹੀਂ ਹੋ ਰਹੀ। ਸਰਕਾਰੀ ਹਸਪਤਾਲਾਂ ਦੇ ਵਿੱਚ ਕਿਤੇ ਵੀ ਸਰਕਾਰ ਨੂੰ ਹੀ ਅਵੇਲੇਬਲ ਕਰਾਉਣੇ ਚਾਹੀਦੇ, ਪਰ ਸਰਕਾਰ ਇਸ ਚੀਜ਼ 'ਚ ਫੇਲ ਹੈ। ਸੋ ਇਹ ਸਨ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਬਾਹਰ ਜਿਹੜੀਆਂ ਦਵਾਈਆਂ ਦੀਆਂ ਦੁਕਾਨਾਂ ਸੀ ਉਹਨਾਂ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜਾ ਸੈਨੀਟਾਈਜ਼ਰ ਔਰ 3 ਲੇਅਰ ਮਾਸਕ ਹੈ ਉਹ ਮਿਲਦਾ ਹੈ ਤਾਂ ਉਹਨਾਂ ਵੱਲੋਂ ਇਹ ਕਹਿਣਾ ਹੈ ਕਿ ਪਿੱਛੋਂ ਹੀ ਇਹ ਸਮਾਨ ਉਹਨਾਂ ਤੱਕ ਨਹੀਂ ਪਹੁੰਚ ਰਿਹਾ, ਜਿਸ ਕਰਕੇ ਉਹ ਗਾਹਕਾਂ ਤੱਕ ਇਹਦੀ ਸੇਲ ਨਹੀਂ ਕਰ ਪਾ ਰਹੇ। ਨਾਲ ਹੀ ਗਾਹਕ ਨਾਲ ਗੱਲ ਕੀਤੀ ਹੈ ਤੇ ਉਹਦਾ ਕਹਿਣਾ ਇਹ ਹੈ ਕਿ ਇਹ ਜਿਹੜੀ ਬੇਸਿਕ ਨੀਡ ਹੈ ਕਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਇਸ ਖਤਰੇ ਤੋਂ ਬਚਣ ਲਈ ਘਰ ਦੇ ਵਿੱਚ ਹਰ ਘਰ ਦੇ ਵਿੱਚ ਯੂਜ਼ ਕੀਤੀ ਜਾ ਰਹੀ ਹੈ, ਪਰ ਪਿੱਛੋਂ ਨਾ ਮਿਲਣ ਕਰਕੇ ਜਾਂ ਸਰਕਾਰ ਦੀ ਕਿਸੇ ਮਦਦ ਕਰਕੇ ਉਹ ਨਹੀਂ ਅਵੇਲੇਬਲ ਹੋ ਰਹੇ। ਕੈਮਰਾਮੈਨ ਗੁਰਦੀਪ ਨਾਲ ਯੋਗੇਸ਼ ਕੁਮਾਰ, PTC ਨਿਊਜ਼, ਹੁਸ਼ਿਆਰਪੁਰ। ਹੁਣੇ ਪਟਿਆਲਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਅੱਜ ਮੀਟਿੰਗ ਦਿੱਤੀ ਗਈ। ਸਿਹਤ ਅਧਿਕਾਰੀਆਂ ਸਾਡੇ ਨਾਲ ਮੌਜੂਦ ਨੇ ਡਾਕਟਰ ਹਰੀਸ਼ ਮਲਹੋਤਰਾ ਜੋ ਸਿਵਲ ਸਰਜਨ ਨੇ ਪਟਿਆਲਾ ਦੇ, ਉਹਨਾਂ ਜਾਣਕਾਰੀ ਲੈਣੇ ਕਿਸ ਤਰ੍ਹਾਂ ਦੀ ਮੀਟਿੰਗ ਰਹੀ ਔਰ ਕੀ ਇੰਤਜ਼ਾਮ ਕੀਤੇ ਜਾ ਰਹੇ ਨੇ। ਪਹਿਲੀ ਗੱਲ ਤਾਂ ਮੈਂ ਤੁਹਾਡੇ ਮਾਧਿਅਮ ਤੇ ਇਹ ਕਹਾਂਗਾ ਕਿ ਬਿਲਕੁਲ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ। ਸਿਰਫ ਇੱਕ ਕੋਆਰਡੀਨੇਟਿੰਗ ਮੀਟਿੰਗ ਸੀਗੀ ਕਿ ਸਾਡੇ ਡਿਪਾਰਟਮੈਂਟਸ ਨੂੰ ਪਤਾ ਹੋਵੇ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕਿਹਦਾ ਕੀ ਰੋਲ ਹੈ। ਅਦਰਵਾਈਜ਼ ਮੈਂ ਦੱਸਣਾ ਚਾਹੁੰਦਾ ਜਿਹੜਾ ਇਹ ਵਾਇਰਸ ਹੈ ਐਡਾ ਕੋਈ ਖਤਰਨਾਕ ਵਾਇਰਸ ਨਹੀਂ ਹੈ। ਠੀਕ ਹੈ, ਪਹਿਲੀ ਵਾਰ ਚਾਈਨਾ 'ਚ ਡਿਟੈਕਟ ਹੋਇਆ ਹੈ ਔਰ 90-95 ਹਜ਼ਾਰ ਕੇਸ ਉੱਥੇ ਲੱਭੇ ਨੇ, 3000 ਦੇ ਕਰੀਬ ਮੌਤਾਂ ਹੋਈਆਂ। ਅੱਜ ਤੱਕ 76 ਕੰਟਰੀਆਂ 'ਚ ਫੈਲਿਆ ਹੈ, ਪਰ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਭਾਰਤ 'ਚ ਅਜੇ ਤੱਕ 30 ਕੇਸ ਹੀ ਹੋਏ ਨੇ ਔਰ ਉਹ ਸਾਰੇ ਕੰਟਰੋਲ 'ਚ ਨੇ ਉਹਨਾਂ ਦੀ ਸਥਿਤੀ। ਔਰ ਪੰਜਾਬ 'ਚ ਕੋਈ ਵੀ ਇਸ ਕਰੋਨਾ ਵਾਇਰਸ ਦਾ ਹਾਲੇ ਤੱਕ ਸੰਭਾਵਿਤ ਕੇਸ ਨਹੀਂ ਹੋਇਆ। ਜਿਹੜੇ ਵੀ ਟੈਸਟ ਅਸੀਂ ਕਰਾਏ ਹੈ ਉਹ ਨੈਗੇਟਿਵ ਹੋਏ ਹੈ। ਜਿਹੜੀ ਸਕਰੀਨਿੰਗ ਆਫ ਟਰੈਵਲਰਸ ਹੈ, ਜਿਹੜੇ ਚਿੰਨ੍ਹਿਤ ਕੰਟਰੀਜ਼ ਹਨ 14 ਗਵਰਨਮੈਂਟ ਆਫ ਇੰਡੀਆ ਵੱਲੋਂ, ਉਹਨਾਂ ਦੀ ਬਦਸਤੂਰ ਜਾਰੀ ਹੈ। ਮੁਹਾਲੀ ਤੇ ਆਪਣਾ ਅੰਮ੍ਰਿਤਸਰ ਏਅਰਪੋਰਟ ਤੇ, ਕਰਤਾਰਪੁਰ ਕੋਰੀਡੋਰ ਤੇ ਵਾਘਾ ਅਟਾਰੀ ਚੈੱਕ ਪੋਸਟ ਤੇ। ਸਾਡੇ ਜ਼ਿਲ੍ਹੇ 'ਚ ਅਸੀਂ 5 ਦੇ ਟੈਸਟ ਕਰਾਏ ਸੀ, ਉਹ ਨੈਗੇਟਿਵ ਆਏ ਨੇ
449 ਟਰੈਵਲਰਸ ਦੀ ਲਿਸਟ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਸਪਲਾਈ ਕਰੀ ਹੈ ਡੇਲੀ ਬੇਸਿਸ ਤੇ, ਜਿਹੜੇ ਪਟਿਆਲੇ ਦੇ ਬਸ਼ਿੰਦੇ ਨੇ ਜ਼ਿਲ੍ਹੇ ਦੇ, ਉਹ ਅਸੀਂ ਸਾਰਿਆਂ ਨੂੰ ਫੋਲੋ ਕਰਿਆ। ਕਿਸੇ ਨੂੰ ਕੋਈ ਦਿੱਕਤ ਨਹੀਂ। ਉਹਨਾਂ 'ਚੋਂ 5 ਟਰੇਸ ਨਹੀਂ ਹੋਏ ਸੀ ਕਿਉਂਕਿ ਉਹਨਾਂ ਦੇ ਪਤੇ ਗਲਤ ਸੀ ਜਾਂ ਟੈਲੀਫੋਨ ਨੰਬਰ ਗਲਤ ਸੀ। ਉਹ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵਿਭਾਗ ਦੀ ਮਦਦ ਨਾਲ, ਔਰ ਅਸੀਂ ਬਿਲਕੁਲ ਤਿਆਰ ਹਾਂ ਕਿਉਂਕਿ ਇਹਦੀ ਅਲਾਮਤਾਂ ਜਿਹੜੀਆਂ ਆਮ ਇਨਫਲੂਐਂਜ਼ਾ ਔਰ ਵਾਇਰਲ ਫੀਵਰਾਂ ਵਰਗੀਆਂ ਹੀ ਹੁੰਦੀਆਂ। ਖਾਂਸੀ ਜ਼ੁਕਾਮ ਹੋਣਾ, ਬੁਖਾਰ ਹੋਣਾ, ਬੋਡੀ ਏਕਸ ਹੋਣੀਆਂ, ਔਰ ਲੇਟਰ ਸਟੇਜ 'ਤੇ ਨਿਮੋਨੀਆ ਵੀ ਹੋ ਸਕਦਾ ਹੈ, ਔਰ ਕਿਡਨੀ ਫੇਲੀਅਰ, ਉਹ ਤਾਂ ਮਲਟੀ ਆਰਗਨ ਸਿਸਟਮ ਜਦ ਇਫੈਕਟ ਹੁੰਦੇ ਨੇ। ਕੀ ਇੰਤਜ਼ਾਮ ਕੀਤੇ ਜਾ ਰਹੇ ਨੇ? ਕੋਈ ਕੇਸ ਆ ਜਾਂਦਾ? ਨਹੀਂ, ਬਿਲਕੁਲ ਇੰਤਜ਼ਾਮ ਹੈ। ਪਹਿਲੇ ਤਾਂ ਸਾਡੇ ਕੋਲ ਕੁਆਰੰਟਾਈਨ ਦੇ 200 ਬੈੱਡਸ ਨੇ SDH ਤੇ ਮਾਤਾ ਕਸ਼ਲਿਆ ਹਸਪਤਾਲ 'ਚ, ਤੇ ਆਈਸੋਲੇਸ਼ਨ ਵਾਰਡ ਸਾਡਾ ਗਵਰਨਮੈਂਟ ਮੈਡੀਕਲ ਕਾਲਜ ਰਜਿੰਦਰਾ ਹਸਪੀਟਲ 'ਚ ਬਣਿਆ ਹੋਇਆ ਹੈ। 26 ਬੈੱਡ ਨੇ, 6 ਡੈਡੀਕੇਟਿਡ ਉਸ 'ਚ ਸਾਡੇ ਵੈਂਟੀਲੇਟਰਸ ਨੇ, ਡੈਡੀਕੇਟਿਡ ਸਟਾਫ ਤੈਨਾਤ ਹੈਗਾ। 24/7 ਸਾਡੀ ਹੈਲਪਲਾਈਨ ਚੱਲ ਰਹੀ ਹੈ। ਸਾਡਾ ਐਪੀਡੈਮੀਓਲੋਜਿਸਟ ਨੇ ਡਾਕਟਰ ਯੁਵਰਾਜ ਨਾਰੰਗ, ਉਹਨਾਂ ਦਾ ਨੰਬਰ ਅਸੀਂ ਦਿੱਤਾ ਹੋਇਆ 98774 74532। ਕੋਈ ਵੀ ਬੰਦਾ ਕਿਸੇ ਤਰ੍ਹਾਂ ਦੀ ਵੀ ਉਹਨਾਂ ਨਾਲ ਕੰਟੈਕਟ ਕਰ ਸਕਦਾ। ਉਹਦੇ ਬਾਅਦ ਦੂਜਾ ਨੰਬਰ ਅਸੀਂ ਪ੍ਰਦੀਪ ਸਿੰਘ ਜੀ ਦਾ ਦਿਆ ਹੋਇਆ, ਸਾਡੇ AMO ਨੇ, 98158 39175। ਮੇਰਾ ਨੰਬਰ 24/7 ਖੁੱਲ੍ਹਾ ਹੈਗਾ। ਕੋਈ ਮੈਂ ਇੱਕ ਗੱਲ ਬਾਰ-ਬਾਰ ਕਹਿ ਰਿਹਾ ਕਿ ਮਰੀਜ਼ ਦੀ ਪਰਿਭਾਸ਼ਾ, ਇਹ ਕੋਈ ਮਰੀਜ਼ ਨਹੀਂ ਸੀ ਜਿਨ੍ਹਾਂ ਦੇ ਟੈਸਟ ਹੋਏ ਨੇ। ਮਰੀਜ਼ ਉਹ ਹੈ ਜਿਹੜਾ ਜਾਂ ਤਾਂ ਇਹਨਾਂ ਕੰਟਰੀਜ਼ 'ਚ ਦੌਰਾ ਕਰਕੇ ਆਇਆ ਹੈ ਵੀ ਉਹਨੂੰ ਸ਼ੱਕ ਦੇ ਘੇਰੇ 'ਚ ਅਸੀਂ ਲਈਏ, ਜਾਂ ਉਸ ਕਿਸੇ ਪੋਜ਼ਿਟਿਵ ਆਏ ਮਰੀਜ਼ ਦੇ ਕੰਟੈਕਟ 'ਚ ਆਇਆ, ਉਸ ਨੂੰ ਅਸੀਂ ਸ਼ੱਕੀ ਨਿਗਾਹ ਗੱਲ ਦੇਖਾਂਗੇ। ਅਦਰਵਾਈਜ਼ ਕਿਸੇ ਜਿਹੜਾ ਇਹ ਅਸੀਂ ਟੈਸਟ ਕਰੇ ਨੇ, ਇਹਨਾਂ ਨੂੰ ਅਸੀਂ ਮਰੀਜ਼ ਨਹੀਂ ਕਹਿ ਸਕਦੇ। ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਪੂਰੇ ਇੰਤਜ਼ਾਮ ਪਟਿਆਲੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਕੀਤੇ ਗਏ ਨੇ, ਔਰ ਨਾਲ ਹੀ ਇਹਨਾਂ ਨੇ ਕਿਹਾ ਵੀ ਇਸ ਵਾਇਰਸ ਤੋਂ ਬਹੁਤਾ ਘਬਰਾਉਣ ਦੀ ਲੋੜ ਨਹੀਂ ਹੈ ਕਿ ਮਾਮੂਲੀ ਜਿਹੇ ਪ੍ਰੀਕਾਸ਼ਨਸ ਕਰਨੇ ਜੋ ਡਾਕਟਰ ਸਾਹਿਬ ਨੇ ਦੱਸੇ, ਉਹਨਾਂ ਹਦਾਇਤਾਂ ਦੇ ਅਮਲ ਕਰਦੇ ਹੋਏ ਜੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਨੂੰ ਹਦਾਇਤਾਂ ਅਮਲ ਕਰਕੇ ਸਿਹਤ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੈਮਰਾ ਪਰਸਨ ਰਵੀ ਚੱਬਲ ਦੇ ਨਾਲ ਗਗਨ ਤੇ ਭੂਜਾ, PTC ਨਿਊਜ਼ ਪਟਿਆਲਾ। ਇਸ ਦੇ ਨਾਲ ਹੀ ਇਸ ਅੱਜ ਦੇ ਖਾਸ ਪ੍ਰੋਗਰਾਮ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।